ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੇ ਨਾਲ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਹਾਲਾਤ ਬਣੇ ਹੋਏ ਨੇ, ਉਸ ਦੇ ਉੱਪਰ ਬਹੁ ਦਿਸ਼ਾਵੀ ਔਰ ਗਹਿਰ ਚਿੰਤਨ ਕਰਨਾ ਬਹੁਤ ਜ਼ਰੂਰੀ ਹੈ। ਇੱਕ ਪਾਸੇ ਤਾਂ ਕਿਸਾਨ ਕਹਿ ਕੇ ਗੱਡੀਆਂ ਦੇ ਹੇਠ ਦਰੜਿਆ ਜਾ ਰਿਹਾ ਅਤੇ ਦੂਜੇ ਪਾਸੇ ਇਸ ਦੇਸ਼ ਦੀ ਸਰਹੱਦਾਂ ਦੇ ਉੱਪਰ ਰਾਖੀ ਕਰਨ ਦੇ ਵਾਸਤੇ, ਬਚਾਉਣ ਦੇ ਵਾਸਤੇ ਜਵਾਨ ਬਣ ਕੇ ਸ਼ਹੀਦ ਹੋ ਰਹੇ ਨੇ। ਜਾਨਾਂ ਦੋਵੇਂ ਪਾਸੇ ਜਾ ਰਹੀਆਂ ਨੇ। ਦੇਸ਼ ਨੂੰ ਬਚਾਉਂਦੇ ਜਵਾਨ ਬਣ ਕੇ ਜਾਨਾਂ ਗਵਾ ਰਹੇ ਨੇ ਅਤੇ ਆਪਣੀ ਕਿਰਤ ਨੂੰ ਬਚਾਉਂਦੇ ਕਿਸਾਨ ਬਣ ਕੇ ਜਾਨਾਂ ਗਵਾ ਰਹੇ ਨੇ। ਔਰ ਜੇਕਰ ਹੁਣ ਸਿੱਖਾਂ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੰਗਲ ਨੂੰ ਆਬਾਦ ਕੀਤਾ, ਉਸ ਤੋਂ ਬਾਅਦ ਸੀਲਿੰਗ ਹੋ ਗਈ ਅਤੇ ਬਹੁਤ ਸਾਰੀ ਜ਼ਮੀਨ ਜਿਹੜੀ ਸੀ ਜਾਂ ਵੇਚਣੀ ਪਈ ਜਾਂ ਛੱਡਣੀ ਪਈ। ਗੁਜਰਾਤ ਦੇ ਵਿੱਚ ਵੀ ਸਿੱਖ ਕਿਸਾਨਾਂ ਦੇ ਨਾਲ ਇਹੀ ਕੁਝ ਵਾਪਰਿਆ, ਮੱਧ ਪ੍ਰਦੇਸ਼ ਦੇ ਵਿੱਚ ਵਾਪਰਿਆ। ਊਧਮ ਸਿੰਘ ਨਗਰ ਦੇ ਵਿੱਚ ਜਦੋਂ ਪਤਾ ਸੀ ਕਿ ਹਾਲਾਤ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਹੋਣਗੇ, ਬਹੁਤ ਸਾਰੇ ਵੱਡੇ ਜਿਹੜੇ ਖੇਤੀ ਘਰਾਣੇ ਸੀ ਉਹਨਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ, ਵਿਦੇਸ਼ਾਂ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਆਪਣੇ ਕੋਈ ਹੋਰ ਵਪਾਰ ਜਿਹੜੇ ਸੀ ਸ਼ੁਰੂ ਕਰ ਦਿੱਤੇ। ਲਖੀਮਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਉਸ ਦੇ ਬਾਰੇ ਮੇਰੇ ਖਿਆਲ ਦੇ ਨਾਲ ਹੁਣ ਕੋਈ ਪੱਖ ਅਜਿਹਾ ਨਹੀਂ ਰਹਿ ਗਿਆ ਜਿਸ ਦੇ ਉੱਪਰ ਰੌਸ਼ਨੀ ਨਾ ਪਾਈ ਗਈ ਹੋਵੇ ਵੱਖ-ਵੱਖ ਮੀਡੀਆ ਦੇ ਵੱਲੋਂ। ਨਵਾਂ ਘਟਨਾਕ੍ਰਮ ਮੇਘਾਲਿਆ ਦੇ ਸ਼ਹਿਰ ਸ਼ਿਲੌਂਗ ਦੇ ਵਿੱਚ, ਜਿੱਥੇ ਹੁਣ ਗਰੀਬ ਸਿੱਖਾਂ ਦੇ ਉੱਪਰ ਸਰਕਾਰੀ ਦਮਨ ਚੱਕਰ ਸ਼ੁਰੂ ਹੋ ਚੁੱਕਾ ਹੈ। ਭਾਜਪਾ ਦੀ ਹਮਾਇਤ ਨਾਲ ਬਣੀ ਉੱਥੋਂ ਦੀ ਪੀਪਲਸ ਪਾਰਟੀ ਦੀ ਸਰਕਾਰ ਨੇ ਹੁਣ ਉੱਥੋਂ ਦੇ ਕਰੀਬ 300 ਤੋਂ 350 ਸਿੱਖ ਪਰਿਵਾਰਾਂ ਨੂੰ ਇਹ ਫਤਵਾ ਸੁਣਾ ਦਿੱਤਾ ਹੈ ਕਿ ਉਹ ਜਿਸ ਜਗ੍ਹਾ ਦੇ ਉੱਪਰ ਇੱਕ ਲੰਬੇ ਸਮੇਂ ਤੋਂ ਵਸ ਰਹੇ ਨੇ, ਰਹਿ ਰਹੇ ਨੇ, ਉਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ। ਸੋ ਜਦੋਂ ਅਸੀਂ ਇਸ ਦੇਸ਼ ਦੇ ਵਾਸਤੇ ਕੀਤੀਆਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਤਾਂ ਅਕਸਰ ਅਸੀਂ ਹਰ ਸਟੇਜ ਦੇ ਉੱਪਰੋਂ, ਹਰ ਮੰਚ ਦੇ ਉੱਪਰੋਂ ਬੜੇ ਮਾਣ ਦੇ ਨਾਲ ਕਹਿੰਦੇ ਹਾਂ ਕਿ ਅਸੀਂ 1.5% ਹੁੰਦਿਆਂ ਵੀ 90% ਤੋਂ ਵੱਧ ਕੁਰਬਾਨੀਆਂ ਕੀਤੀਆਂ। ਪਰ ਅਫਸੋਸ ਇਹ ਹੈ ਕਿ ਜਿਸ ਦੇਸ਼ ਦੇ ਲੋਕਾਂ ਦੇ ਵਾਸਤੇ, ਰਾਜਸੀ ਸੱਤਾ ਨੂੰ ਬਚਾਉਣ ਦੇ ਵਾਸਤੇ ਅਤੇ ਇਹਨਾਂ ਨੂੰ ਰਾਜਸੀ ਸੱਤਾ ਸੌਂਪਣ ਦੇ ਵਾਸਤੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਉਸ ਦੇਸ਼ ਦੇ ਵਿੱਚ ਸਿੱਖਾਂ ਨੂੰ ਮਨ ਦੀ ਜਗ੍ਹਾ, ਬਣਦਾ ਸਤਿਕਾਰ ਅਤੇ ਉਹ ਕਹਿ ਸਕਦੇ ਹੋ ਕਿ ਇੱਕ ਆਜ਼ਾਦੀ ਭਰੀ ਜ਼ਿੰਦਗੀ ਜੀਣ ਦਾ ਜਿਹੜਾ ਹੱਕ ਹੈ ਉਹ ਨਹੀਂ ਦਿੱਤਾ ਜਾ ਰਿਹਾ। ਜੇਕਰ ਅਸੀਂ ਥੋੜ੍ਹੇ ਪਿਛੋਕੜ ਵੱਲ ਝਾਤੀ ਮਾਰੀਏ, ਜਿਹੜੇ ਸ਼ਿਲੌਂਗ ਦੇ ਵਿੱਚ, ਮੇਘਾਲਿਆ ਦੇ ਵਿੱਚ ਸਿੱਖ ਰਹਿ ਰਹੇ ਨੇ, ਤਕਰੀਬਨ ਉਹਨਾਂ ਦੀ ਉੱਥੇ ਰਿਹਾਇਸ਼ ਦਾ ਵਕਤ ਜਿਹੜਾ ਹੈ ਉਹ 1885 ਈਸਵੀ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਔਰ ਉਹ ਸਮਾਂ ਖਾਸ ਕਰਕੇ ਜਿਸ ਸਮੇਂ ਤੋਂ ਪਹਿਲਾਂ ਸਿੱਖ ਰਾਜ ਦਾ ਸੂਰਜ ਅਸਤ ਹੋ ਚੁੱਕਾ ਹੈ। 1849 ਦੇ ਵਿੱਚ ਸਿੱਖ ਜਿਹੜੇ ਨੇ ਉਦੋਂ ਤੱਕ ਆਪਣੀਆਂ ਅੰਗਰੇਜ਼ਾਂ ਦੇ ਖਿਲਾਫ ਜੰਗਾਂ ਹਾਰ ਚੁੱਕੇ ਨੇ, ਕਿਉਂਕਿ ਜਿਹੜੀ ਗੱਲ ਸ਼ਾਹ ਮੁਹੰਮਦ ਨੇ ਕਹੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਅਰਥ ਰੱਖਦੀ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਤੋਂ ਬਾਅਦ ਜਾਂ ਉਸ ਜੰਗ ਦੇ ਦੌਰਾਨ ਵੀ ਜਿਸ ਤਰ੍ਹਾਂ ਦੇ ਨਾਲ ਸਿੱਖ ਫੌਜ ਦੇ ਨਾਲ ਧੋਖਾ ਹੋਇਆ, ਜਾਂ ਉਸ ਤੋਂ ਬਾਅਦ ਵਾਲੀਆਂ ਜੰਗਾਂ ਦੇ ਵਿੱਚ ਵੀ ਬੇਸ਼ੱਕ ਇਮਾਨਦਾਰ, ਦ੍ਰਿੜਤਾ ਵਾਲੇ, ਬਹਾਦਰ ਅਤੇ ਇਸ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਸਿੱਖ ਫੌਜੀਆਂ ਨੇ ਜਾਨਾਂ ਹੂਲ ਕੇ ਜੰਗਾਂ ਲੜੀਆਂ, ਪਰ ਲੀਡਰ ਵਿਹੂਣੀ ਫੌਜ ਜਿਹੜੀ ਸੀ ਉਹ ਕਿੰਨਾ ਕੁ ਚਿਰ ਲੜ ਸਕਦੀ ਸੀ। ਜਰਨੈਲ ਵਿਹੂਣਾ ਲਸ਼ਕਰ ਕਿੰਨਾ ਕੁ ਚਿਰ ਦੁਸ਼ਮਣ ਦੇ ਨਾਲ ਆਡਾ ਲੈ ਸਕਦਾ ਸੀ। ਸੋ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ, ਕੁਝ ਬਾਗੀ ਹੋ ਗਏ, ਕੁਝ ਜਿਹੜੇ ਵੱਡੇ ਘਰਾਣੇ ਸੀ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਸਾਂਝਾ ਪਾ ਲਈਆਂ, ਕੁਝ ਜ਼ਗੀਰਦਾਰਾਂ ਨੇ ਅਹੁਦੇ ਲੈ ਲਏ, ਕੁਝ ਰਿਆਸਤਾਂ ਜਿਹੜੀਆਂ ਪਹਿਲਾਂ ਹੀ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਸਨ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਹੋਰ ਗੂੜ੍ਹੇ ਸੰਬੰਧ ਬਣਾ ਲਏ, ਅਤੇ ਜਿਹੜੇ ਸੱਚਮੁੱਚ ਇਸ ਖਾਲਸਾ ਰਾਜ ਦੇ ਵਾਰਿਸ ਸੀ ਉਹ ਸਰਦਾਰ ਦਲੀਪ ਸਿੰਘ ਵਰਗਿਆਂ ਨੂੰ ਅਤੇ ਮਹਾਰਾਣੀ ਜਿੰਦਾਂ ਵਰਗਿਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ, ਜਿਸ ਦੇ ਦਰਦਨਾਕ ਅੰਤ ਦੇ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਇਸ ਮਾਝੇ ਦੇ ਗਰੀਬ ਸਿੱਖ
ਜਿਹੜੇ ਕਦੀ ਸ਼ੇਰੇ ਪੰਜਾਬ ਦੇ ਰਾਜ ਦੇ ਸਮੇਂ ਖੁਸ਼ਹਾਲ ਸੀ, ਉਹਨਾਂ ਦੇ ਸਾਹਮਣੇ ਦੋ ਸਮੱਸਿਆਵਾਂ ਸੀ। ਮਾਨਸਿਕ ਤੌਰ ਤੇ ਉਹ ਟੁੱਟ ਚੁੱਕੇ ਸਨ, ਰੋਜੀ ਰੋਟੀ ਦਾ ਸਾਧਨ ਖਤਮ ਹੋ ਚੁੱਕਾ ਸੀ, ਰਾਜ ਜਾ ਚੁੱਕਾ ਸੀ। ਉਹ ਰਾਜ ਜਾ ਚੁੱਕਾ ਸੀ ਕਿ ਜਿਸ ਰਾਜ ਦੇ ਵਿੱਚ ਜੇਕਰ ਕਾਲ ਪੈ ਜਾਵੇ, ਕੋਈ ਮੌਸਮੀ ਕਿਸੇ ਕਰੋਪੀ ਦੇ ਕਰਕੇ ਫਸਲਾਂ ਬਰਬਾਦ ਹੋ ਜਾਣ ਤੇ ਉਸ ਸਮੇਂ ਗੋਦਾਮ ਜਿਹੜੇ ਸੀ ਉਹ ਖੋਲ੍ਹ ਦਿੱਤੇ ਜਾਂਦੇ ਸੀ। ਤੁਸੀਂ ਬਹੁਤ ਸਾਰੀਆਂ ਕਵਿਤਾਵਾਂ ਦੇ ਵਿੱਚ ਸ਼ੇਰੇ ਪੰਜਾਬ ਦੇ ਉਸ ਰਾਜ ਦੀ ਤਸਵੀਰ ਨੂੰ ਤੱਕਿਆ ਹੋਵੇਗਾ ਕਿ ਜਦੋਂ ਇੱਕ ਬੱਚਾ ਆਪਣੇ ਬਾਪ ਨੂੰ ਕਹਿੰਦਾ ਹੈ ਕਿ ਬਾਪੂ ਜੀ, ਰਾਜੇ ਦਾ ਕਹਿ ਗਿਆ ਸਿਪਾਹੀ ਹੈ, ਉੱਥੇ ਕੋਈ ਘਾਟਾ ਨਹੀਂ, ਅੱਜ ਬੇਪਰਵਾਹੀ ਹੈ। ਕਿ ਜਿੰਨਾ ਵੀ ਤੁਸੀਂ ਰਾਸ਼ਨ, ਜਿੰਨਾ ਵੀ ਤੁਸੀਂ ਅਨਾਜ ਚੁੱਕ ਕੇ ਲਿਜਾ ਸਕਦੇ ਹੋ, ਲੈ ਕੇ ਜਾ ਸਕਦੇ ਹੋ, ਕਿਉਂਕਿ ਮੌਸਮੀ ਕਰੋਪੀ ਦੇ ਕਾਰਨ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਬਸ਼ਿੰਦਾ ਭੁੱਖਾ ਨਹੀਂ ਮਰਨਾ ਚਾਹੀਦਾ। ਪਰ ਜਿਹੜੇ ਇਹ ਗਰੀਬ ਸਿੱਖ, ਜਿਨ੍ਹਾਂ ਦੇ ਸਿਰ ਦੇ ਉੱਪਰੋਂ ਰਣਜੀਤ ਸਿੰਘ ਦਾ ਸਾਇਆ ਚੁੱਕਿਆ ਜਾ ਚੁੱਕਾ ਸੀ, ਹੌਲੀ ਹੌਲੀ ਅੰਗਰੇਜ਼ਾਂ ਨੇ ਇਹਨਾਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਜਦੋਂ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਕਬਜ਼ਾ ਕੀਤਾ ਅਸਾਮ ਵਾਲੇ ਪਾਸੇ, ਤਾਂ ਇਹਨਾਂ ਸਿੱਖਾਂ ਨੂੰ ਆਪਣੇ ਨਾਲ ਲੈ ਗਏ। ਇਹਨਾਂ ਨੂੰ ਸੇਵਾ ਦਾ, ਸਫਾਈ ਦਾ ਤੇ ਛੋਟੀ ਮੋਟੀ ਲਿਖਤ ਦੇ ਕੰਮ ਦੇ ਵਾਸਤੇ ਆਪਣੀਆਂ ਰਿਹਾਇਸ਼ਗਾਹਾਂ ਤੇ ਆਪਣੀਆਂ ਬੈਰਕਾਂ ਦੇ ਕੋਲ ਜਿਹੜਾ ਸੀ ਉਹ ਵਸਾ ਲਿਆ ਤੇ ਇਹਨਾਂ ਦੀ ਰਿਹਾਇਸ਼ ਦਾ ਇੰਤਜ਼ਾਮ ਕਰ ਦਿੱਤਾ। ਇੱਕ ਦੋ ਸਰੋਤਾਂ ਦੇ ਵਿੱਚ ਸਬੂਤ ਤੇ ਕੋਈ ਖਾਸ ਨਹੀਂ ਮਿਲਦੇ। ਕਹਿੰਦੇ ਨੇ ਇਹਨਾਂ ਵਿੱਚੋਂ ਕੁਝ ਸਿੱਖ ਪਰਿਵਾਰ ਉਹ ਵੀ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਉਸ ਇਲਾਕੇ ਦੀ ਫੇਰੀ ਦੇ ਦੌਰਾਨ ਸਿੱਖ ਧਰਮ ਦੇ ਵਿੱਚ ਆਏ ਸਨ, ਪਰ ਇਸ ਦੇ ਬਾਰੇ ਕੋਈ ਪ੍ਰਮਾਣਿਕ ਸਰੋਤ ਜਾਂ ਸਬੂਤ ਮੈਨੂੰ ਨਹੀਂ ਮਿਲ ਸਕੇ। ਖੈਰ, ਉਸ ਸਮੇਂ ਉਸ ਇਲਾਕੇ ਦੇ ਵਿੱਚ, ਜਿਸ ਇਲਾਕੇ ਦੇ ਵਿੱਚ ਅੰਗਰੇਜ਼ ਕਾਬਜ ਹੁੰਦੇ ਨੇ, ਉਹਨਾਂ ਨੂੰ ਇੱਕ ਉੱਥੋਂ ਦੇ ਕਬੀਲੇ ਨੇ ਥੋੜ੍ਹੀ ਜਿਹੀ ਚੁਣੌਤੀ ਦਿੱਤੀ। ਉਹ ਬੜੇ ਚੰਗੇ ਤੀਰਅੰਦਾਜ਼ ਵੀ ਸਨ, ਸ਼ਿਕਾਰ ਕਰਨ ਦੇ ਵਿੱਚ ਵੀ ਵਧੀਆ ਸਨ, ਖਾਸੀ ਕਬੀਲੇ ਦੇ ਲੋਕ। ਪਰ ਬਹੁਤ ਜਲਦੀ ਹੀ ਉਹਨਾਂ ਨੇ ਕੋਈ ਬਹੁਤ ਵੱਡਾ ਸੰਘਰਸ਼ ਨਹੀਂ ਕੀਤਾ ਅੰਗਰੇਜ਼ਾਂ ਦੇ ਖਿਲਾਫ। ਬਹੁਤ ਜਲਦੀ ਹੀ ਉਹਨਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਜਿਹੜਾ ਸੀ ਉਹ ਸਵੀਕਾਰ ਕਰ ਲਿਆ ਤੇ ਆਪਣੇ ਜਿਹੜੇ ਉਹਨਾਂ ਦੇ ਪਿਤਰੀ ਕਿੱਤੇ ਸੀਗੇ, ਮੱਛੀ ਫੜਨਾ, ਸ਼ਿਕਾਰ ਕਰਨਾ, ਖੇਤੀ ਕਰਨਾ, ਇਹ ਕਾਰਜ ਉਹ ਕਰਦੇ ਰਹੇ। ਜਿਹੜਾ ਖਾਸੀ ਕਬੀਲੇ ਦਾ ਮੁਖੀ ਹੁੰਦਾ ਸੀ, ਉਹ ਉਸ ਵੇਲੇ ਆਪਣੇ ਖਿੱਤੇ ਦੇ ਵਿੱਚ ਪੈੜੀ ਜ਼ਮੀਨ ਜਿਹੜੀ ਹੁੰਦੀ ਹੈ ਉਸ ਦਾ ਮਾਲਕ ਹੁੰਦਾ ਸੀ। ਸੋ ਜਦੋਂ ਅੰਗਰੇਜ਼ਾਂ ਨੇ ਇੱਥੋਂ ਲਿਜਾ ਕੇ ਕੁਝ ਪਰਿਵਾਰਾਂ ਨੂੰ ਵਸਾਇਆ, ਤਾਂ ਅੰਗਰੇਜ਼ਾਂ ਦੇ ਨਾਲ ਲਿਖਤ ਪੜਤ ਕਰਕੇ 2.5-3 ਏਕੜ ਜ਼ਮੀਨ ਸ਼ਿਲਾਂਗ ਸ਼ਹਿਰ ਦੇ ਵਿੱਚ ਸਿੱਖਾਂ ਨੂੰ ਰਹਿਣ ਦੇ ਵਾਸਤੇ ਦੇ ਦਿੱਤੀ ਗਈ। ਉਸ ਸਮੇਂ ਅੰਗਰੇਜ਼ ਇਸ ਨੂੰ ਸਵੀਪਰਸ ਕਲੋਨੀ ਵੀ ਕਹਿੰਦੇ ਸਨ, ਕਿਉਂਕਿ ਗਰੀਬ ਸਿੱਖ ਸਨ, ਅੰਗਰੇਜ਼ਾਂ ਦੇ ਘਰਾਂ ਦੇ ਵਿੱਚ, ਬੈਰਕਾਂ ਦੇ ਵਿੱਚ ਜਾਂ ਫਿਰ ਉਹਨਾਂ ਦੀਆਂ ਛਾਉਣੀਆਂ ਦੇ ਵਿੱਚ ਕੰਮ ਕਰਦੇ ਸਨ। ਸੋ ਹੁਣ ਇਹ ਜਿਹੜੇ ਸਿੱਖ ਨੇ ਉਸ ਜ਼ਮੀਨ ਦੇ ਉੱਪਰ ਵਸੇ ਹੋਏ ਨੇ। ਤਕਰੀਬਨ 2.5 ਤੋਂ 3 ਏਕੜ ਜ਼ਮੀਨ ਦੇ ਵਿੱਚ 350 ਪਰਿਵਾਰ ਜਿਹੜਾ ਉੱਥੇ ਰਹਿ ਰਿਹਾ। ਪਰ ਹੁਣ ਜਿਹੜੀ ਸਮੇਂ ਦੇ ਬਦਲਣ ਦੇ ਨਾਲ ਸਨਅਤੀਕਰਨ ਵੱਧਦਾ ਜੋ ਰਿਹਾ, ਜਿਹੜੀਆਂ ਸ਼ਹਿਰੀ ਜ਼ਮੀਨਾਂ ਨੇ ਉਹ ਮਹਿੰਗੀਆਂ ਹੋ ਰਹੀਆਂ ਨੇ ਤੇ ਖਾਸੀ ਕਬੀਲੇ ਦੇ ਹੀ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਮਹਿਸੂਸ ਕਰਦੀਆਂ ਨੇ ਕਿ ਸਾਡੀ ਸ਼ਹਿਰ ਦੇ ਵਿੱਚ ਇੱਕ ਖਾਸ ਪੌਸ਼ ਏਰੀਏ ਦੇ ਵਿੱਚ ਮਹਿੰਗੀ ਜ਼ਮੀਨ ਦੇ ਉੱਪਰ ਗੈਰ ਖਾਸੀ ਲੋਕ, ਖਾਸ ਕਰਕੇ ਪੰਜਾਬ ਤੋਂ ਆਏ ਜਿਹੜੇ ਸਿੱਖ ਲੋਕ ਨੇ, ਉਹ ਕਾਬਜ਼ ਹੋਏ ਬੈਠੇ ਨੇ। ਕੁਝ ਸਰੋਤਾਂ ਦੇ ਮੁਤਾਬਕ ਜਿਸ ਇਲਾਕੇ ਦੇ ਵਿੱਚ ਸਿੱਖਾਂ ਕੋਲੋਂ ਜ਼ਮੀਨ ਖੋਹਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਕਿਸੇ ਸਨਅਤੀ ਘਰਾਣੇ ਦੇ ਵੱਲੋਂ ਵੱਡੇ ਸ਼ਾਪਿੰਗ ਮਾਲ ਜਿਹੜੇ ਨੇ ਉਹ ਵੀ ਖੋਲ੍ਹੇ ਜਾ ਰਹੇ ਨੇ। ਖੈਰ, ਇਹ ਝਗੜਾ ਹੈ ਤੇ ਕਾਫੀ ਪੁਰਾਣਾ, ਪਰ ਅਦਾਲਤ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਸਿੱਖਾਂ ਨੂੰ ਸਟੇਟਸ ਕੋ ਮਿਲਿਆ ਹੋਇਆ, ਭਾਵ ਕਿ ਜਿਉਂ ਤੋਂ ਤਿਉਂ ਦੀ ਪੋਜੀਸ਼ਨ, ਕਿ ਜਿਸ ਤਰ੍ਹਾਂ ਹੈ ਉਂਝ ਹੀ ਰਹੇਗਾ। ਜਿਹੜੇ ਵਸ ਰਹੇ ਨੇ ਉਹ ਉੱਥੇ ਹੀ ਵਸਦੇ ਰਹਿਣਗੇ, ਕਿਉਂਕਿ ਕਾਗਜ਼ਾਂ ਦੇ ਵਿੱਚ ਉਹ ਜਿਹੜੀ ਜਗ੍ਹਾ ਹੈ ਉਹ ਖਾਸੀ ਕਬੀਲੇ ਦੇ ਵੱਲੋਂ ਅੰਗਰੇਜ਼ਾਂ ਨੂੰ ਤੇ ਅੰਗਰੇਜ਼ਾਂ ਨੇ ਅੱਗੋਂ ਸਿੱਖਾਂ ਨੂੰ ਰਿਹਾਇਸ਼ ਤੌਰ ਤੇ, ਕਾਨੂੰਨੀ ਤੌਰ ਤੇ ਦਿੱਤੀ ਹੋਈ ਸੀ। ਵੈਸੇ ਇਸ ਝਗੜੇ ਦਾ ਆਰੰਭ ਕਿ ਸਿੱਖਾਂ ਨੂੰ ਉੱਥੋਂ ਕੱਢਿਆ ਜਾਵੇ 2018 ਦੇ ਵਿੱਚ ਵੀ ਹੋਇਆ ਸੀ, ਜਦੋਂ ਇੱਕ ਖਾਸੀ ਕਬੀਲੇ ਦੇ ਵਿਅਕਤੀ ਨੇ ਸਿੱਖ ਔਰਤ ਦੇ ਨਾਲ ਕੁਝ ਕਹਿ ਸਕਦੇ ਹੋ ਕਿ ਭੱਦੀਆਂ ਟਿੱਪਣੀਆਂ ਕੀਤੀਆਂ ਸੀ। ਉਹਨਾਂ ਤੋਂ ਬਾਅਦ ਉੱਥੇ ਖਾਸ ਤਰ੍ਹਾਂ ਦੀ ਇੱਕ ਹਿੰਸਾ ਜਿਹੜੀ ਸੀ ਉਹਦਾ ਆਰੰਭ ਹੋਇਆ। ਫੌਜ ਨੂੰ ਉੱਥੇ ਫਲੈਗ ਮਾਰਚ ਕਰਨਾ ਪਿਆ ਤੇ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਵਫਦ ਗਿਆ ਸੀ, ਜਿਸ ਦੇ ਵਿੱਚ ਹੁਣ ਦੇ ਜਿਹੜੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਉਹ ਵੀ ਸ਼ਾਮਲ ਸਨ ਤੇ ਉਹਨਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆ ਕੇ ਸਾਰੀ ਰਿਪੋਰਟ ਦਿੱਤੀ ਸੀ ਔਰ ਕਿਹਾ ਗਿਆ ਸੀ ਕਿ ਉਸ ਵੇਲੇ ਮੇਘਾਲਿਆ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਇੱਥੇ ਰਹਿਣ ਦਿੱਤਾ ਜਾਵੇ। ਪਰ ਹੁਣ ਫਿਰ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਤੁਹਾਨੂੰ ਕਿਸੇ ਹੋਰ ਜਗ੍ਹਾ ਦੇ ਉੱਪਰ ਜਿਹੜੀ ਹੈ ਉਹ ਰਿਹਾਇਸ਼ ਦਿੱਤੀ ਜਾਵੇਗੀ ਤੇ ਤੁਹਾਨੂੰ ਇਹ ਜਗ੍ਹਾ ਖਾਲੀ ਕਰਨੀ ਪਵੇਗੀ। ਹੁਣ ਇੱਥੇ ਸਿੱਖ ਜਥੇਬੰਦੀਆਂ ਦਾ, ਨੁਮਾਇੰਦਾ ਪੰਥਕ ਸੰਸਥਾਵਾਂ ਦਾ
ਤੇ ਪੰਥਕ ਧਿਰਾਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਇੱਕ ਪਾਸੇ ਕਿਸਾਨੀ ਸੰਘਰਸ਼ ਸਿਖਰ ਦੇ ਉੱਪਰ ਹੈ, ਜ਼ੋਰਾਂ ਦੇ ਉੱਪਰ ਹੈ, ਉੱਥੇ ਦੂਸਰੇ ਪਾਸੇ ਜਿਹੜੇ ਸਾਡੇ ਇਹ ਹਰੀਜਨ ਭਰਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਸ ਬਸਤੀ ਨੂੰ ਵੀ ਹਰੀਜਨ ਬਸਤੀ ਕਿਹਾ ਜਾਂਦਾ ਹੈ। ਵੈਸੇ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਾਤੀ ਪ੍ਰਥਾ ਨਹੀਂ ਹੈਗੀ। ਉਹ ਜਿਹੜੇ ਸਿੱਖ ਨੇ, ਜਿਹੜੇ ਗਰੀਬ ਸਿੱਖ ਨੇ, ਜਿਹੜੇ ਲੋੜਵੰਦ ਸਿੱਖ ਨੇ, ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ। ਪਰ ਜੇਕਰ ਤੁਸੀਂ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕਰਦੇ ਹੋ ਤੇ ਕਹਿੰਦੇ ਬੇਸ਼ੱਕ ਸਰਕਾਰ ਦੇ ਵੱਲੋਂ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਇਹ ਜਗ੍ਹਾ ਛੱਡ ਦਿਓ, ਤੁਹਾਨੂੰ ਕਿਸੇ ਦੂਜੀ ਜਗ੍ਹਾ ਦੇ ਉੱਪਰ ਰਹਿਣ ਯੋਗ ਜਗ੍ਹਾ ਦਿੱਤੀ ਜਾਵੇਗੀ। ਪਰ ਕਹਿੰਦੇ ਪਹਿਲੀ ਗੱਲ ਤਾਂ ਸਾਨੂੰ ਸਰਕਾਰ ਦੀ ਨੀਅਤ ਦੇ ਉੱਪਰ ਸ਼ੱਕ ਹੈ ਕਿ ਸਾਡੇ ਕੋਲ ਜਗ੍ਹਾ ਖਾਲੀ ਕਰਾ ਲਈ ਜਾਵੇਗੀ, ਪਰ ਸਾਨੂੰ ਇਹਦੇ ਬਰਾਬਰ ਦੀ ਜਗ੍ਹਾ ਨਹੀਂ ਦਿੱਤੀ ਜਾਵੇਗੀ। ਦੂਸਰੀ ਗੱਲ ਉਹ ਕਹਿੰਦੇ ਨੇ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਕਾਗਜ਼ੀ ਪੱਤਰੀ ਤੌਰ ਤੇ ਇਸ ਜਗ੍ਹਾ ਦੇ ਉੱਪਰ ਸਾਡੀ ਮਲਕੀਅਤ ਹੈ, ਪਰ ਜਿਹੜੀ ਸਰਕਾਰ ਸਾਨੂੰ ਹੁਣ ਜਗ੍ਹਾ ਦੇਵੇਗੀ ਉਹਦੇ ਅਸੀਂ ਸਰਕਾਰੀ ਖੈਰਾਤ ਦੇ ਉੱਪਰ ਹੋਵਾਂਗੇ ਤੇ ਕਦੀ ਵੀ ਸਰਕਾਰ ਸਾਡੇ ਕੋਲੋਂ ਵਾਪਸ ਲੈ ਸਕਦੀ ਹੈ, ਕਿਉਂਕਿ ਉਹਦੇ ਉੱਪਰ ਸਾਡਾ ਅਧਿਕਾਰ ਨਹੀਂ ਹੋਵੇਗਾ। ਦਰਅਸਲ ਉਹ ਜ਼ਮੀਨ ਸਰਕਾਰ ਦੀ ਹੋਵੇਗੀ ਤੇ ਅਸੀਂ ਅੰਗਰੇਜ਼ਾਂ ਦੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਰਹਿ ਰਹੇ ਹਾਂ। ਸੋ ਜੇ ਸੋਚਿਆ ਜਾਵੇ ਤਾਂ ਘੱਟ ਗਿਣਤੀ ਕੌਮੀਅਤ ਦੇ ਵਾਸਤੇ, ਖਾਸ ਕਰਕੇ ਉਵੇਂ ਦੇ ਸੂਬੇ ਜਿਨ੍ਹਾਂ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਤਕਰੀਬਨ 300 350 ਘਰ ਨੇ, ਉਹਨਾਂ ਦੀ ਇਸ ਆਵਾਜ਼ ਨੂੰ ਕੌਮੀ ਆਵਾਜ਼ ਬਣਾਉਣਾ, ਲੋਕਾਂ ਤੱਕ ਪਹੁੰਚਾਉਣਾ ਤੇ ਸਰਕਾਰ ਤੱਕ ਇੱਕ ਦਬਾਅ ਪੈਦਾ ਕਰਨਾ ਕਿ ਉਹਨਾਂ ਗਰੀਬਾਂ ਨੂੰ ਉਹਨਾਂ ਦੀ ਰਿਹਾਇਸ਼ਗਾਹ ਤੋਂ ਨਾ ਉਜਾੜਿਆ ਜਾਵੇ, ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ। ਸੋ ਕਿਤੇ ਨਾ ਕਿਤੇ ਅਸੀਂ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੀਏ ਕਿ ਉਹ ਜਿਹੜੇ ਸਾਡੇ ਗਰੀਬ ਤੇ ਲੋੜਵੰਦ ਭਰਾ ਤਕਰੀਬਨ ਪੌਣੇ 200 ਸਾਲ ਤੋਂ ਉਸ ਇਲਾਕੇ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਰਿਹਾਇਸ਼ ਤੇ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦਾ ਇੰਤਜ਼ਾਮ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ